ਪਿਆਰੇ ਵਿਦਿਆਰਥੀਓ, ਸਤਿ ਸ੍ਰੀ ਅਕਾਲ। ਅੱਜ ਆਪਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ 5ਵੀਂ ਸ਼੍ਰੇਣੀ ਦੀ ਪਾਠ ਪੁਸਤਕ ਮੇਰੀ ਦੁਨੀਆ ਵਾਤਾਵਰਨ ਸਿੱਖਿਆ ਦੇ ਪਾਠ 2 ਪ੍ਰਵਾਸ ਨੂੰ ਪੜ੍ਹਾਂਗੇ। ਸੋਨੂ ਦੇ ਪਿਤਾ ਜੀ ਥਰਮਲ ਪਲਾਂਟ ਵਿੱਚ ਇੰਜੀਨੀਅਰ ਸੀ। ਹੁਣ ਉਹਨਾਂ ਦੀ ਬਦਲੀ ਦੂਰ ਨਵੇਂ ਬਣ ਰਹੇ ਥਰਮਲ ਪਲਾਂਟ ਵਿੱਚ ਹੋ ਗਈ ਸੀ। ਪਹਿਲੇ ਸਥਾਨ ਤੋਂ ਬਹੁਤ ਦੂਰ ਹੋਣ ਕਰਕੇ ਸੋਨੂ ਦੇ ਸਾਰੇ ਪਰਿਵਾਰ ਨੂੰ ਉੱਥੇ ਜਾਣਾ ਪੈਣਾ ਸੀ। ਨਵਾਂ ਥਰਮਲ ਪਲਾਂਟ ਸ਼ਹਿਰ ਤੋਂ ਕਾਫੀ ਦੂਰ ਦੇ ਇਲਾਕੇ ਵਿੱਚ ਬਣ ਰਿਹਾ ਸੀ। ਉੱਥੇ ਕੰਮ ਕਰਨ ਵਾਲਿਆਂ ਲਈ ਨਵੀਂ ਕਲੋਨੀ ਬਣਾਈ ਗਈ ਸੀ। ਸੋਨੂ ਨੂੰ ਉੱਥੋਂ ਦੇ ਸਕੂਲ ਵਿੱਚ ਦਾਖਲ ਕਰਵਾਇਆ ਗਿਆ, ਪਰ ਰਾਜੂ ਦਾ ਉੱਥੇ ਬਿਲਕੁਲ ਦਿਲ ਨਹੀਂ ਲੱਗ ਰਿਹਾ ਸੀ। ਉਸ ਨੂੰ ਆਪਣੇ ਸ਼ਹਿਰ ਵਾਲੇ ਦੋਸਤ ਯਾਦ ਆ ਰਹੇ ਸਨ। ਉਹ ਘਰ ਆ ਕੇ ਆਪਣੀ ਮੰਮੀ ਡੈਡੀ ਨੂੰ ਕਹਿਣ ਲੱਗਾ, ਇੱਥੇ ਮੇਰੇ ਕੋਈ ਦੋਸਤ ਨਹੀਂ ਹਨ। ਮੈਨੂੰ ਆਪਣੇ ਪੁਰਾਣੇ ਸਕੂਲ ਦੇ ਦੋਸਤ ਬਹੁਤ ਯਾਦ ਆਉਂਦੇ ਹਨ। ਉਸ ਦੀ ਮੰਮੀ ਨੇ ਸਮਝਾਇਆ ਕਿ ਥੋੜੇ ਦਿਨਾਂ ਵਿੱਚ ਉਸ ਦੇ ਇੱਥੇ ਵੀ ਦੋਸਤ ਬਣ ਜਾਣਗੇ, ਫਿਰ ਉਸ ਦਾ ਦਿਲ ਲੱਗ ਜਾਵੇਗਾ। ਸੋਨੂ ਦੀ ਮੰਮੀ ਦੀ ਗੱਲ ਠੀਕ ਨਿਕਲੀ। ਕੁਝ ਦਿਨਾਂ ਬਾਅਦ ਹੀ ਨਵੇਂ ਸਕੂਲ ਵਿੱਚ ਵੀ ਸੋਨੂ ਦੇ ਬਹੁਤ ਸਾਰੇ ਦੋਸਤ ਬਣ ਗਏ। ਇਸ ਇਲਾਕੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਸਨ ਜੋ ਉਸ ਨੇ ਪਹਿਲਾਂ ਨਹੀਂ ਸਨ ਦੇਖੀਆਂ। ਇਸ ਤਰ੍ਹਾਂ ਉਸ ਨੂੰ ਬਹੁਤ ਸਾਰੀਆਂ ਨਵੀਆਂ ਗੱਲਾਂ ਦਾ ਪਤਾ ਲੱਗਿਆ। ਸੋਚੋ ਬੱਚਿਓ, ਇਹ ਤੁਹਾਨੂੰ ਸੋਚਣਾ ਹੈ, ਜੇ ਤੁਹਾਨੂੰ ਕਦੇ ਆਪਣਾ ਪਹਿਲਾ ਸਕੂਲ ਛੱਡ ਕੇ ਦੂਸਰੇ ਸਕੂਲ ਜਾਣਾ ਪਵੇ ਤਾਂ ਪਹਿਲੇ ਕੁਝ ਦਿਨ ਉੱਥੇ ਤੁਸੀਂ ਕੀ ਮਹਿਸੂਸ ਕਰੋਗੇ? ਹਾਂ ਬੱਚਿਓ, ਇਹ ਤੁਸੀਂ ਬਿਲਕੁਲ, ਜੇ ਅਗਰ ਤੁਹਾਨੂੰ ਆਪਣਾ ਸਕੂਲ ਛੱਡ ਕੇ ਕਿਸੇ ਦੂਸਰੇ ਸਕੂਲ ਜਾਣਾ ਪਵੇ ਤਾਂ ਉੱਥੇ ਪਹਿਲੇ ਕੁਝ ਦਿਨ ਉੱਥੇ ਤੁਸੀਂ ਕੀ ਮਹਿਸੂਸ ਕਰੋਗੇ, ਇਹ ਤੁਸੀਂ ਸੋਚਣਾ ਹੈ। ਹੋ ਸਕਿਆ ਤਾਂ ਤੁਸੀਂ ਇਸ ਨੂੰ ਕਾਪੀ ਤੇ ਨੋਟ ਵੀ ਕਰਨਾ ਹੈ। ਦੂਜਾ, ਕੀ ਤੁਹਾਡੇ ਸਕੂਲ ਵਿੱਚ ਕਿਸੇ ਦੂਸਰੇ ਇਲਾਕੇ ਵਿੱਚੋਂ ਨਵਾਂ ਵਿਦਿਆਰਥੀ ਦਾਖਲ ਹੋਇਆ ਹੈ? ਉਸ ਨੂੰ ਪੁੱਛੋ ਕਿ ਉਹ ਕਿਸ ਤਰ੍ਹਾਂ ਮਹਿਸੂਸ ਕਰਦਾ ਹੈ। ਹਾਂ ਬੱਚਿਓ, ਕਈ ਵਾਰ ਸਾਡੇ ਸਕੂਲ ਵਿੱਚ ਵੀ ਕਿਸੇ ਹੋਰ ਸਕੂਲ ਵਿੱਚੋਂ ਨਵੇਂ ਵਿਦਿਆਰਥੀ ਆ ਜਾਂਦੇ ਹਨ ਤਾਂ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਹੋ ਕਿ ਉਹ ਕਿਸ ਤਰ੍ਹਾਂ ਮਹਿਸੂਸ ਕਰਦੇ ਹਨ। ਕੁਝ ਦਿਨ ਬਾਅਦ ਸੋਨੂ ਦੀ ਉੱਥੇ ਕਾਫੀ ਜਾਣ ਪਹਿਚਾਣ ਹੋ ਗਈ। ਸੋਨੂ ਨੇ ਦੇਖਿਆ ਕਿ ਉੱਥੇ ਕੰਮ ਕਰਨ ਵਾਲੇ ਬਹੁਤ ਸਾਰੇ ਲੋਕ ਦੂਸਰੇ ਸੂਬਿਆਂ ਤੋਂ ਆਏ ਹੋਏ ਸਨ। ਉਹਨਾਂ ਨੂੰ ਪ੍ਰਵਾਸੀ ਲੋਕ ਕਿਹਾ ਜਾਂਦਾ ਸੀ। ਉਹ ਛੋਟੇ ਛੋਟੇ ਕਮਰਿਆਂ ਵਿੱਚ ਰਹਿ ਰਹੇ ਸਨ। ਮੀਂਹ ਹਨੇਰੀ ਆਉਣ 'ਤੇ ਉਹਨਾਂ ਨੂੰ ਬਹੁਤ ਮੁਸ਼ਕਲ ਆਉਂਦੀ ਸੀ। ਉਹਨਾਂ ਦੇ ਬੱਚੇ ਸਕੂਲ ਨਹੀਂ ਜਾਂਦੇ ਸਨ। ਉਹਨਾਂ ਦੀ ਭਾਸ਼ਾ ਵੱਖਰੀ ਹੋਣ ਕਰਕੇ ਉਹ ਇੱਥੋਂ ਦੇ ਸਕੂਲ ਵਿੱਚ ਪੜ੍ਹ ਨਹੀਂ ਸਕਦੇ ਸਨ। ਉਹ ਸਾਰਾ ਦਿਨ ਇੱਧਰ ਉੱਧਰ ਘੁੰਮਦੇ ਰਹਿੰਦੇ ਸਨ। ਸੋਨੂ ਨੇ ਆਪਣੇ ਪਿਤਾ ਜੀ ਨੂੰ ਪੁੱਛਿਆ ਕਿ ਉਹ ਬੱਚੇ ਕਿਵੇਂ ਪੜ੍ਹਾਈ ਕਰਨਗੇ ਤਾਂ ਉਹਨਾਂ ਦੱਸਿਆ ਕਿ ਸਰਕਾਰ ਵੱਲੋਂ ਇੱਥੇ ਦੂਸਰੇ ਸੂਬਿਆਂ ਵਿੱਚੋਂ ਆਏ ਬੱਚਿਆਂ ਦੀ ਪੜ੍ਹਾਈ ਲਈ ਇੱਕ ਵੱਖਰਾ ਵਿਸ਼ੇਸ਼ ਸਕੂਲ ਖੋਲ੍ਹਿਆ ਜਾ ਰਿਹਾ ਹੈ। ਸਰਕਾਰ ਵੱਲੋਂ ਅਧਿਆਪਕ ਵੀ ਨਿਯੁਕਤ ਕੀਤੇ ਗਏ ਹਨ ਜੋ ਉਹਨਾਂ ਦੇ ਰਹਿਣ ਵਾਲੇ ਸਥਾਨ 'ਤੇ ਜਾ ਕੇ ਉਹਨਾਂ ਨੂੰ ਪੜ੍ਹਾਉਣਗੇ। ਸੋਨੂ, ਕੀ ਉਹ ਹਮੇਸ਼ਾ ਇਸੇ ਤਰ੍ਹਾਂ ਹੀ ਰਹਿੰਦੇ ਸਨ? ਪਿਤਾ ਜੀ, ਨਹੀਂ, ਆਪਣੇ ਸੂਬੇ ਵਿੱਚ ਤਾਂ ਇਹਨਾਂ ਦੇ ਘਰ ਵੀ ਹਨ, ਕੁਝ ਕੋਲ ਜ਼ਮੀਨ ਆਦਿ ਵੀ, ਪਰ ਉੱਥੇ ਖੇਤੀ ਤੋਂ ਪੈਦਾਵਾਰ ਬਹੁਤ ਘੱਟ ਹੁੰਦੀ ਹੈ। ਇਸ ਲਈ ਇਹਨਾਂ ਨੂੰ ਰੁਜ਼ਗਾਰ ਲਈ ਦੂਰ ਦੂਰ ਜਾਣਾ ਪੈਂਦਾ ਹੈ। ਸੋਨੂ, ਪਰ ਇਉਂ ਦੂਸਰੇ ਥਾਂ ਆ ਕੇ ਤਾਂ ਇਹਨਾਂ ਨੂੰ ਬਹੁਤ ਮੁਸ਼ਕਿਲ ਹੁੰਦਾ ਹੋਵੇਗਾ। ਆਪਾਂ ਨੂੰ ਹੀ ਕਿੰਨਾ ਔਖਾ ਲੱਗ ਰਿਹਾ ਹੈ। ਇਹ ਤਾਂ ਆਪਣੇ ਘਰਾਂ ਤੋਂ ਬਹੁਤ ਹੀ ਦੂਰ ਦੂਸਰੇ ਸੂਬੇ ਵਿੱਚ ਆਏ ਹੋਏ ਹਨ। ਪਿਤਾ ਜੀ, ਹਾਂ, ਹੁੰਦਾ ਤਾਂ ਹੈ। ਇਹਨਾਂ ਦੇ ਪਰਿਵਾਰਾਂ ਦੇ ਕੁਝ ਜੀਅ ਉੱਥੇ ਰਹਿ ਜਾਂਦੇ ਹਨ। ਇਹਨਾਂ ਨੂੰ ਆਪਣੇ ਭੈਣ ਭਰਾਵਾਂ ਤੋਂ ਦੂਰ ਆਉਣਾ ਪੈਂਦਾ ਹੈ। ਬੱਚੇ ਪੜ੍ਹ ਨਹੀਂ ਸਕਦੇ, ਪਰ ਇੱਥੇ ਇਹਨਾਂ ਨੂੰ ਕਮਾਈ ਵੱਧ ਹੋ ਜਾਂਦੀ ਹੈ। ਇਸ ਵਿੱਚੋਂ ਕੁਝ ਪੈਸੇ ਬਚਾ ਕੇ ਇਹ ਘਰ ਭੇਜ ਦਿੰਦੇ ਹਨ, ਜਿਸ ਨਾਲ ਉੱਧਰਲੇ ਪਰਿਵਾਰ ਦਾ ਗੁਜ਼ਾਰਾ ਚੱਲਦਾ ਰਹਿੰਦਾ ਹੈ। ਕੁਦਰਤੀ ਆਫਤਾਂ ਅਤੇ ਪ੍ਰਵਾਸ। ਜਿਵੇਂ ਕਿ ਤੁਸੀਂ ਪੜ੍ਹ ਚੁੱਕੇ ਹੋ ਕਿ ਰੁਜ਼ਗਾਰ ਜਾਂ ਕੰਮ ਦੀ ਭਾਲ ਵਿੱਚ ਲੋਕ ਇੱਕ ਥਾਂ ਤੋਂ ਦੂਜੀ ਥਾਂ 'ਤੇ ਪ੍ਰਵਾਸ ਕਰਦੇ ਹਨ।
ਕਈ ਵਾਰ ਕੁਦਰਤੀ ਆਫਤਾਂ ਵੀ ਲੋਕਾਂ ਦੇ ਪ੍ਰਵਾਸ ਦਾ ਕਾਰਨ ਬਣਦੀਆਂ ਹਨ। ਹੜ੍ਹ ਜਾਂ ਭੂਚਾਲ ਆਉਣ ਤੇ ਲੋਕਾਂ ਦੇ ਘਰ ਢਹਿ ਜਾਂਦੇ ਹਨ। ਸੋਕੇ ਵਰਗੀਆਂ ਹਾਲਤਾਂ ਵਿੱਚ ਭੋਜਨ ਦੀ ਕਮੀ ਹੋ ਜਾਣ ਕਾਰਨ ਵੀ ਲੋਕਾਂ ਨੂੰ ਪ੍ਰਵਾਸ ਕਰਨਾ ਪੈਂਦਾ ਹੈ। ਸੋਨੂੰ ਪਿਤਾ ਜੀ ਉਹ ਆਪਣੇ ਸ਼ਹਿਰ ਵਿੱਚ ਝੁੱਗੀਆਂ ਵਾਲਿਆਂ ਨੂੰ ਕਿਉਂ ਉਜਾੜਿਆ ਗਿਆ ਸੀ? ਉਹ ਤਾਂ ਉੱਥੇ ਆਸ-ਪਾਸ ਹੀ ਘਰਾਂ ਵਿੱਚ ਕੰਮ ਕਰਦੇ ਸਨ। ਪਿਤਾ ਜੀ ਉਹਨਾਂ ਨੂੰ ਉੱਥੋਂ ਹਟਾਉਣਾ ਸਰਕਾਰ ਦੀ ਮਜਬੂਰੀ ਸੀ, ਕਿਉਂਕਿ ਉੱਥੇ ਆਬਾਦੀ ਬਹੁਤ ਵੱਧ ਗਈ ਸੀ। ਸੜਕ ਚੌੜੀ ਕਰਨੀ ਸੀ, ਪਰ ਸੜਕ ਦੇ ਕਿਨਾਰੇ ਉਹਨਾਂ ਦੀਆਂ ਝੁੱਗੀਆਂ ਸਨ। ਸੋ ਉਹ ਰੁਜ਼ਗਾਰ ਦੀ ਖਾਤਰ ਉੱਥੋਂ ਨਹੀਂ ਗਏ, ਸਗੋਂ ਉਹਨਾਂ ਦਾ ਤਾਂ ਪਹਿਲਾਂ ਰੁਜ਼ਗਾਰ ਵੀ ਖਤਮ ਹੋ ਗਿਆ। ਹੁਣ ਉਹਨਾਂ ਨੂੰ ਨਵੀਆਂ ਥਾਵਾਂ ਉੱਤੇ ਆਪਣੇ ਰਹਿਣ ਅਤੇ ਰੋਜੀ ਦਾ ਪ੍ਰਬੰਧ ਕਰਨਾ ਪਵੇਗਾ। ਕਿਰਿਆ 1 ਬੱਚਿਓ, ਇਹ ਕਿਰਿਆ ਤੁਸੀਂ ਆਪ ਕਰਨੀ ਹੈ। ਤੁਸੀਂ ਆਪਣੇ ਮੁਹੱਲੇ ਜਾਂ ਪਿੰਡ ਵਿੱਚ ਉਹਨਾਂ ਪਰਿਵਾਰਾਂ ਦੀ ਸੂਚੀ ਬਣਾਓ ਜੋ ਪਿਛਲੇ ਕੁਝ ਸਾਲਾਂ ਵਿੱਚ ਦੂਸਰੀ ਜਗ੍ਹਾ ਤੋਂ ਆ ਕੇ ਇੱਥੇ ਬਸੇ ਹੋਣ। ਜਾਣਕਾਰੀ ਲਵੋ ਉਹਨਾਂ ਨੂੰ ਨਵੀਂ ਜਗ੍ਹਾ ਕਿਉਂ ਆਉਣਾ ਪਿਆ ਅਤੇ ਇੱਥੇ ਆ ਕੇ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਦੂਜਾ, ਤੁਸੀਂ ਆਪਣੀ ਜਾਣ ਪਹਿਚਾਣ ਵਾਲੇ ਉਹਨਾਂ ਲੋਕਾਂ ਦੀ ਸੂਚੀ ਬਣਾਓ ਜੋ ਇੱਥੋਂ ਵਿਦੇਸ਼ ਜਾ ਕੇ ਰਹਿ ਰਹੇ ਹੋਣ। ਅਜਿਹੇ ਵਿਅਕਤੀਆਂ ਨੂੰ ਮਿਲਣ ਤੇ ਜਾਂ ਟੈਲੀਫੋਨ ਉੱਤੇ ਗੱਲ ਕਰਨ ਸਮੇਂ ਜਾਣਨ ਦੀ ਕੋਸ਼ਿਸ਼ ਕਰੋ ਕਿ ਉਹਨਾਂ ਨੂੰ ਉੱਥੇ ਰਹਿਣ ਸਮੇਂ ਕਿੰਨਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਯਾਦ ਰੱਖਣ ਯੋਗ ਗੱਲਾਂ ਬੱਚੋ, ਇਹ ਗੱਲਾਂ ਅਸੀਂ ਯਾਦ ਰੱਖਣੀਆਂ ਹਨ। ਦੂਸਰੇ ਰਾਜਾਂ ਤੋਂ ਕੰਮ ਦੀ ਭਾਲ ਵਿੱਚ ਆਏ ਲੋਕਾਂ ਨੂੰ ਪ੍ਰਵਾਸੀ ਕਿਹਾ ਜਾਂਦਾ ਹੈ। ਕੀ ਕਿਹਾ ਜਾਂਦਾ ਹੈ ਬੱਚਿਓ? ਪ੍ਰਵਾਸੀ। ਪ੍ਰਵਾਸੀ ਲੋਕਾਂ ਦੀ ਭਾਸ਼ਾ ਵੱਖਰੀ ਹੋਣ ਕਾਰਨ ਉਹਨਾਂ ਦੇ ਬੱਚਿਆਂ ਨੂੰ ਪੜ੍ਹਾਈ ਕਰਨ ਵਿੱਚ ਮੁਸ਼ਕਲ ਆਉਂਦੀ ਹੈ। ਪ੍ਰਵਾਸ ਦੌਰਾਨ ਲੋਕ ਬਹੁਤ ਕੁਝ ਨਵਾਂ ਦੇਖਦੇ ਅਤੇ ਸਿੱਖਦੇ ਹਨ। ਸਹੀ ਸ਼ਬਦ ਚੁਣ ਕੇ ਖਾਲੀ ਥਾਵਾਂ ਭਰੋ। ਇਹ ਸ਼ਬਦ ਸਾਨੂੰ ਦਿੱਤੇ ਹੋਏ ਹਨ ਬੱਚਿਓ, ਇਹਨਾਂ ਦੇ ਵਿੱਚੋਂ ਚੁਣ ਕੇ ਅਸੀਂ ਇਹ ਖਾਲੀ ਥਾਵਾਂ ਨੂੰ ਭਰਨਾ ਹੈ। ਸ਼ਹਿਰ ਤੋਂ ਦੂਰ ਡੈਸ਼ ਬਣ ਰਿਹਾ ਸੀ। ਸ਼ਹਿਰ ਤੋਂ ਦੂਰ ਥਰਮਲ ਪਲਾਂਟ ਬਣ ਰਿਹਾ ਸੀ। ਦੂਸਰੇ ਸੂਬਿਆਂ ਰਾਜਾਂ ਤੋਂ ਕੰਮ ਕਰਨ ਆਏ ਲੋਕਾਂ ਨੂੰ ਡੈਸ਼ ਕਿਹਾ ਜਾਂਦਾ ਹੈ। ਦੂਸਰੇ ਸੂਬਿਆਂ ਰਾਜਾਂ ਤੋਂ ਕੰਮ ਕਰਨ ਆਏ ਲੋਕਾਂ ਨੂੰ ਪ੍ਰਵਾਸੀ ਕਿਹਾ ਜਾਂਦਾ ਹੈ। ਬਹੁਤ ਸਾਰੇ ਲੋਕਾਂ ਨੂੰ ਡੈਸ਼ ਲਈ ਦੂਰ ਦੂਰ ਜਾਣਾ ਪੈਂਦਾ ਹੈ। ਬਹੁਤ ਸਾਰੇ ਲੋਕਾਂ ਨੂੰ ਰੁਜ਼ਗਾਰ ਲਈ ਦੂਰ ਦੂਰ ਜਾਣਾ ਪੈਂਦਾ ਹੈ। ਮੀਂਹ ਹਨੇਰੀ ਆਉਣ ਤੇ ਝੁੱਗੀਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਬਹੁਤ ਡੈਸ਼ ਦਾ ਸਾਹਮਣਾ ਕਰਨਾ ਪੈਂਦਾ ਹੈ, ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਠੀਕ ਉੱਤਰ ਸਾਹਮਣੇ ਸਹੀ ਦਾ ਨਿਸ਼ਾਨ ਲਗਾਓ। ਸੋਨੂੰ ਦੇ ਪਿਤਾ ਜੀ ਡੈਸ਼ ਸਨ, ਅਧਿਆਪਕ, ਡਾਕਟਰ, ਇੰਜੀਨੀਅਰ। ਸੋਨੂੰ ਦੇ ਪਿਤਾ ਜੀ ਇੰਜੀਨੀਅਰ ਸਨ। ਸੜਕ ਨੂੰ ਵਧਾਉਣ ਲਈ ਕੀ ਤੋੜਨਾ ਪੈਣਾ ਸੀ? ਮਕਾਨ, ਝੁੱਗੀਆਂ, ਕੋਠੀਆਂ। ਸੜਕ ਨੂੰ ਵਧਾਉਣ ਲਈ ਝੁੱਗੀਆਂ ਨੂੰ ਤੋੜਨਾ ਪੈਣਾ ਸੀ। ਛੋਟੇ ਕਮਰਿਆਂ ਵਿੱਚ ਰਹਿਣਾ ਕਿਵੇਂ ਲੱਗਦਾ ਹੈ? ਔਖਾ, ਸੌਖਾ, ਪਤਾ ਨਹੀਂ। ਛੋਟੇ ਕਮਰਿਆਂ ਵਿੱਚ ਰਹਿਣਾ ਔਖਾ ਹੀ ਹੁੰਦਾ ਹੈ। ਥਰਮਲ ਪਲਾਂਟ ਵਿੱਚ ਕੰਮ ਕਰਨ ਵਾਲਿਆਂ ਲਈ ਬਣਾਇਆ ਗਿਆ ਸੀ। ਥਰਮਲ ਪਲਾਂਟ ਵਿੱਚ ਕੰਮ ਕਰਨ ਵਾਲਿਆਂ ਲਈ ਕੀ ਬਣਾਇਆ ਗਿਆ ਸੀ ਬੱਚਿਓ? ਫਲੈਟ, ਕਲੋਨੀ, ਬਹੁ ਮੰਜ਼ਿਲੀ ਇਮਾਰਤ, ਕਲੋਨੀ ਬਣਾਈ ਗਈ ਸੀ ਬੱਚਿਓ, ਕਲੋਨੀ। ਪ੍ਰਸ਼ਨ ਉੱਤਰ ਨੇ ਬੱਚਿਓ, ਸੋਨੂੰ ਦੇ ਪਿਤਾ ਨੂੰ ਨਵੀਂ ਜਗ੍ਹਾ ਤੇ ਕਿਉਂ ਆਉਣਾ ਪਿਆ? ਸੋਨੂੰ ਦੇ ਪਿਤਾ ਦੀ ਬਦਲੀ ਦੂਰ ਨਵੇਂ ਬਣ ਰਹੇ ਥਰਮਲ ਪਲਾਂਟ ਵਿੱਚ ਹੋ ਜਾਣ ਕਾਰਨ ਨਵੀਂ ਜਗ੍ਹਾ ਤੇ ਆਉਣਾ ਪਿਆ। ਪ੍ਰਵਾਸੀ ਕਿੰਨਾ ਲੋਕਾਂ ਨੂੰ ਕਿਹਾ ਜਾਂਦਾ ਹੈ? ਦੂਸਰੇ ਸੂਬਿਆਂ ਤੋਂ ਰੁਜ਼ਗਾਰ ਦੀ ਭਾਲ ਵਿੱਚ ਆਏ ਜਾਂ ਕੁਦਰਤੀ ਆਫਤਾਂ ਕਾਰਨ ਆਏ ਲੋਕਾਂ ਨੂੰ ਪ੍ਰਵਾਸੀ ਕਿਹਾ ਜਾਂਦਾ ਹੈ। ਲੋਕਾਂ ਨੂੰ ਪ੍ਰਵਾਸ ਕਿਉਂ ਕਰਨਾ ਪੈਂਦਾ ਹੈ? ਲੋਕਾਂ ਨੂੰ ਰੁਜ਼ਗਾਰ ਜਾਂ ਕੰਮ ਦੀ ਭਾਲ ਲਈ ਇੱਕ ਥਾਂ ਤੋਂ ਦੂਜੀ ਥਾਂ ਤੇ ਪ੍ਰਵਾਸ ਕਰਨਾ ਪੈਂਦਾ ਹੈ। ਕਈ ਵਾਰ ਕੁਦਰਤੀ ਆਫਤਾਂ ਕਾਰਨ ਵੀ ਲੋਕ ਪ੍ਰਵਾਸ ਕਰਦੇ ਹਨ। ਪ੍ਰਵਾਸੀ ਲੋਕਾਂ ਦੇ ਬੱਚਿਆਂ ਨੂੰ ਪੜ੍ਹਨ ਵਿੱਚ ਮੁਸ਼ਕਲ ਕਿਉਂ ਆਉਂਦੀ ਹੈ? ਪ੍ਰਵਾਸੀ ਲੋਕਾਂ ਦੇ ਬੱਚਿਆਂ ਦੀ ਭਾਸ਼ਾ ਵੱਖਰੀ ਹੋਣ ਕਾਰਨ ਪੜ੍ਹਨ ਵਿੱਚ ਮੁਸ਼ਕਲ ਆਉਂਦੀ ਹੈ। ਇਸ ਤਰ੍ਹਾਂ ਦੀਆਂ ਹੋਰ ਵੀਡੀਓ ਵੇਖਣ ਲਈ ਤੁਸੀਂ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਸਕਦੇ ਹੋ। ਇਸ ਬਟਨ ਤੇ ਕਲਿੱਕ ਕਰਕੇ ਮੇਰਾ ਚੈਨਲ ਸਬਸਕ੍ਰਾਈਬ ਹੋ ਜਾਵੇਗਾ ਅਤੇ ਨਾਲ ਲੱਗੇ ਇਸ ਬੈਲ ਆਈਕਨ ਤੇ ਵੀ ਕਲਿੱਕ ਕਰੋ ਤਾਂ ਜੋ ਮੇਰੇ ਵੱਲੋਂ ਪੋਸਟ ਕੀਤੀਆਂ
ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਪਿਆਰੇ ਵਿਦਿਆਰਥੀਓ, ਕਮੈਂਟ ਕਰਕੇ ਇਹ ਵੀ ਦੱਸੋ ਕਿ ਤੁਹਾਨੂੰ ਇਹ ਵੀਡੀਓਜ਼ ਕਿਸ ਤਰ੍ਹਾਂ ਦੀਆਂ ਲੱਗੀਆਂ। ਅਗਰ ਇਹ ਵੀਡੀਓਜ਼ ਤੁਹਾਨੂੰ ਪਸੰਦ ਆਉਂਦੀਆਂ ਹਨ ਤਾਂ ਇਸ ਨੂੰ ਦੂਜੇ ਸਾਥੀਆਂ ਨਾਲ ਵੀ ਸ਼ੇਅਰ ਕਰੋ। ਬਹੁਤ ਬਹੁਤ ਧੰਨਵਾਦ। ਤੁਹਾਡਾ ਅਧਿਆਪਕ ਮਹਿੰਦਰਪਾਲ ਬਰੇਟਾ।